2015 ਦੇ ਵਿੱਚ ਬਹਿਬਲ ਕਲਾਂ ਤੇ ਬਰਗਾੜੀ ਦਾ ਜੋ ਇਹ ਹਾਦਸਾ ਹੁੰਦਾ ਹੈਗਾ, ਅਜੇ ਤੱਕ ਇਨਸਾਫ ਦੀ ਉਡੀਕ ਕੀਤੀ ਜਾ ਰਹੀ ਹੈਗੀ ਹੈ। ਤੇ ਨਾਲ ਹੀ ਹੁਣ ਆਖਰੀ ਇਸ ਚੁਣਾਵੀ ਸਾਲ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਇਸ ਰਿਪੋਰਟ ਨੂੰ ਖਾਰਜ ਕਰ ਦਿੱਤਾ ਜਾਣਾ ਤੇ ਉੱਥੇ ਹੀ ਹੁਣ ਵਿਰੋਧੀ ਪਾਰਟੀਆਂ ਹੋਣ, ਅਕਾਲੀ ਦਲ ਹੋਵੇ ਜਾਂ ਫਿਰ ਕਾਂਗਰਸ ਪਾਰਟੀ ਹੋਵੇ, ਇਹਨਾਂ ਦੇ ਵੱਖੋ-ਵੱਖ ਬਿਆਨ ਆ। ਮੈਨੂੰ ਪਹਿਲਾਂ ਤਾਂ ਲੱਗਦਾ ਸੀ ਬਈ ਇਹ ਨੈਰੇਟਿਵ ਹੁਣ ਹੌਲੀ-ਹੌਲੀ ਫੇਜ਼ ਆਊਟ ਹੋ ਰਿਹਾ ਹੈ, ਲੇਕਿਨ ਜਦੋਂ ਹਾਈ ਕੋਰਟ ਨੇ ਸਿਟ ਕੁਐਸ਼ ਕੀਤੀ ਉਸ ਤੋਂ ਬਾਅਦ ਸਡਨਲੀ ਇਹ ਫਿਰ ਸਰਫੇਸ ਹੋ ਰਿਹਾ। ਇਨਸਾਫ ਨਾ ਮਿਲਣਾ ਲੋਕਾਂ ਨੂੰ ਇਸ ਮਾਮਲੇ ਤੇ ਉਹ ਸਰਕਾਰ ਦੀ ਫੇਲਿਅਰ ਹੈ। ਇੱਕ ਪਾਰਟੀ ਉਹ ਹੈ ਜਿਹਦੇ ਰਾਜ ਦੇ ਵਿੱਚ ਇਹ ਘਟਨਾ ਵਾਪਰੀ। ਕਿ ਇਸ ਵਾਰ ਵੀ ਤੁਹਾਨੂੰ ਲੱਗਦਾ ਹੈਗਾ ਕਿ ਇਸੇ ਮੁੱਦੇ ਨੂੰ ਜਿਹੜਾ ਹੈਗਾ ਉਹ ਵਿਰੋਧੀ ਪਾਰਟੀਆਂ ਦੇ ਵੱਲੋਂ, ਕਾਂਗਰਸ ਦੇ ਵੱਲੋਂ ਚੁੱਕਿਆ ਜਾਊਗਾ? ਨਹੀਂ, ਵਿਰੋਧੀ ਪਾਰਟੀ ਵੀ ਨਹੀਂ ਚੱਕ ਸਕਦੀ। ਵਿਰੋਧੀ ਪਾਰਟੀ ਕਿਹੜੀ ਹੈ? ਦੋ ਹੀ ਹੈ ਨਾ, ਅਕਾਲੀ ਦਲ ਤੇ ਆਪ ਹੀ ਚੱਕ ਸਕਦੀ। ਅਕਾਲੀ ਦਲ ਨੇ ਥੋੜ੍ਹੀ ਆਪਣਾ ਕਾਂਗਰਸ ਵਿੱਚ ਚੱਕਣ ਦੀ ਹਾਲਤ ਹੈ ਨਹੀਂ। ਕਾਂਗਰਸ ਨੂੰ ਤਾਂ 5 ਸਾਲ ਮਿਲੇ ਸੀਗੇ, ਕਾਂਗਰਸ ਫੇਲ ਹੋ ਗਈ ਇਨਸਾਫ ਦਿਵਾਉਣ ਦੇ ਵਿੱਚ। ਔਰ ਇਹੀ ਆਪਾਂ ਪੁਰਾਣੇ ਇਤਿਹਾਸ ਦੀ ਗੱਲ ਕਰ ਲਈਏ ਤਾਂ ਸ਼ਾਇਦ 1984 ਦੇ ਮਾਮਲੇ ਦੇ ਵਿੱਚ ਵੀ 12 SIT ਜਿਹੜੀਆਂ ਸੀਗੀਆਂ ਉਹ ਬਣੀਆਂ ਸੀ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ। ਤਾਂ ਇਸ ਦੇ ਵਿੱਚ ਵੀ ਇਹ ਲੱਗਦਾ ਕਿ ਮਾਮਲਾ ਜਿਹੜਾ ਹੈਗਾ ਉਹ ਲੰਬਾ ਚੱਲ ਸਕਦਾ ਹੈ। ਮੇਰੇ ਖਿਆਲ ਦੇ ਵਿੱਚ ਤੱਕ ਇਹ ਮਾਮਲਾ ਖਤਮ ਹੋ ਗਿਆ। ਹੁਣ ਇਹ ਅੱਗੇ ਨਹੀਂ ਤੁਰਨਾ। ਹੁਣ ਤਾਂ ਮਹੀਨੇ ਤਾਂ ਕੁਛ ਹੀ ਰਹਿ ਗਏ ਇਲੈਕਸ਼ਨ ਦੇ ਵਿੱਚ। ਅਗਲੀ ਸਰਕਾਰ ਕਿਹੜੀ ਬਣਦੀ ਹੈ, ਕੀ ਹੁੰਦਾ ਹੈ, ਉਹ 'ਤੇ ਡਿਪੈਂਡ ਕਰੇਗਾ। ਲੇਕਿਨ ਇਮੀਡੀਏਟਲੀ ਹਾਲੇ ਕੋਈ ਰਿਲੀਫ ਮੈਨੂੰ ਲੱਗਦਾ ਨਹੀਂ। ਸਾਲ 2017 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਬਹਿਬਲ ਕਲਾਂ ਤੇ ਬਰਗਾੜੀ ਮਾਮਲੇ ਦੇ ਵਿੱਚ ਇਨਸਾਫ ਦਿਵਾਇਆ ਜਾਊਗਾ। ਹਾਲਾਂਕਿ 4 ਸਾਲ ਬੀਤ ਚੁੱਕੇ ਨੇ, ਪਰ ਅਜੇ ਵੀ ਲੋਕ ਇਨਸਾਫ ਦਾ ਇੰਤਜ਼ਾਰ ਕਰ ਰਹੇ ਨੇ। ਪਰ ਜਿਸ ਤਰੀਕੇ ਦੇ ਨਾਲ ਹਾਈ ਕੋਰਟ ਦੇ ਵੱਲੋਂ SIT ਰਿਪੋਰਟ ਨੂੰ ਖਾਰਜ ਕੀਤਾ ਗਿਆ ਹੈ, ਹੁਣ ਉਸ ਦੇ ਉੱਤੇ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ ਤੇ ਉਸ ਦੇ ਉੱਤੇ ਸਵਾਲ ਉੱਠਣੇ ਵੀ ਸ਼ੁਰੂ ਹੋ ਚੁੱਕੇ ਨੇ। ਅੱਜ ਖਾਸ ਤੌਰ ਦੇ ਉੱਤੇ ਵਿਸਾਖੀ ਦਾ ਦਿਹਾੜਾ ਹੈ ਤੇ ਅੱਜ ਵਿਸਾਖੀ ਦੇ ਦਿਹਾੜੇ ਮੌਕੇ ਨਵਜੋਤ ਸਿੰਘ ਸਿੱਧੂ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰੇ ਦੇ ਵਿੱਚ ਪਹੁੰਚ ਕੇ ਨਤਮਸਤਕ ਹੁੰਦੇ ਨੇ ਤੇ ਉੱਥੇ ਹੀ ਆਪਣੀ ਸਰਕਾਰ ਦੇ ਉੱਤੇ ਸਵਾਲ ਖੜੇ ਕਰਦੇ ਨੇ। ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੇ ਰਾਜੇ ਨੇ ਉਹਨਾਂ ਨੂੰ ਤਾਂ ਕੁਝ ਕਿਹਾ ਨਹੀਂ ਜਾ ਰਿਹਾ, ਪਿਆਦਿਆਂ ਨੂੰ ਜਿਹੜੀ ਹੈ ਉਹ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹਰਪ੍ਰੀਤ ਸਿੱਧੂ ਦੀ ਡਰੱਗ ਰਿਪੋਰਟ ਤੇ ਨਾਲ ਹੀ SIT ਦੀ ਰਿਪੋਰਟ ਵੀ ਜਨਤਕ ਜਿਹੜੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਦਿਵਾਇਆ ਜਾਣਾ ਚਾਹੀਦਾ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ, ਪਰ ਇਸ ਨੂੰ ਜੇਕਰ ਅਸੀਂ 2022 ਦੇ ਸੰਦਰਭ ਦੇ ਵਿੱਚ ਦੇਖੀਏ ਜਾਂ ਫਿਰ ਇਸ ਨੂੰ ਪੰਜਾਬ ਦੀ ਸਿਆਸਤ ਦੇ ਨਾਲ ਜੋੜ ਕੇ ਦੇਖੀਏ ਤਾਂ ਇਸ ਦੇ ਕੀ ਮਾਇਨੇ ਨਿਕਲਦੇ ਨੇ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਹੀ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਹੋਣੀ ਮੌਜੂਦ ਨੇ। ਸਰ, ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਕਿਵੇਂ ਵੇਖਦੇ ਹੈਗੇ ਹੋ 2022 ਦੇ ਜੇਕਰ ਅਸੀਂ ਸੰਦਰਭ ਦੀ ਗੱਲ ਕਰੀਏ ਤੇ ਉੱਥੇ ਹੀ 2015 ਦੇ ਵਿੱਚ ਬਹਿਬਲ ਕਲਾਂ ਤੇ ਬਰਗਾੜੀ ਦਾ ਜੋ ਇਹ ਹਾਦਸਾ ਹੁੰਦਾ ਹੈਗਾ, ਅਜੇ ਤੱਕ ਇਨਸਾਫ ਦੀ ਉਡੀਕ ਕੀਤੀ ਜਾ ਰਹੀ ਹੈਗੀ ਹੈ। ਤੇ ਨਾਲ ਹੀ ਹੁਣ ਆਖਰੀ ਇਸ ਚੁਣਾਵੀ ਸਾਲ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਇਸ ਰਿਪੋਰਟ ਨੂੰ ਖਾਰਜ ਕਰ ਦਿੱਤਾ ਜਾਣਾ ਤੇ ਉੱਥੇ ਹੀ ਹੁਣ ਵਿਰੋਧੀ ਪਾਰਟੀਆਂ ਹੋਣ, ਅਕਾਲੀ ਦਲ ਹੋਵੇ ਜਾਂ ਫਿਰ ਕਾਂਗਰਸ ਪਾਰਟੀ ਹੋਵੇ, ਇਹਨਾਂ ਦੇ ਵੱਖੋ-ਵੱਖ ਬਿਆਨ ਆ। ਮੈਨੂੰ ਪਹਿਲਾਂ ਤਾਂ ਲੱਗਦਾ ਸੀ ਬਈ ਇਹ ਨੈਰੇਟਿਵ ਹੁਣ ਹੌਲੀ-ਹੌਲੀ ਫੇਜ਼ ਆਊਟ ਹੋ ਰਿਹਾ ਹੈ, ਲੇਕਿਨ ਜਦੋਂ ਹਾਈ ਕੋਰਟ ਨੇ ਸਿਟ ਕੁਐਸ਼ ਕੀਤੀ ਉਸ ਤੋਂ ਬਾਅਦ ਸਡਨਲੀ ਇਹ ਫਿਰ ਸਰਫੇਸ ਹੋ ਰਿਹਾ। ਇਨਸਾਫ ਨਾ ਮਿਲਣਾ ਲੋਕਾਂ ਨੂੰ ਇਸ ਮਾਮਲੇ ਤੇ ਉਹ ਸਰਕਾਰ ਦੀ ਫੇਲਿਅਰ ਹੈ। ਇੱਕ ਪਾਰਟੀ ਉਹ ਹੈ ਜਿਹਦੇ ਰਾਜ ਦੇ ਵਿੱਚ ਇਹ ਘਟਨਾ ਵਾਪਰੀ। ਇੱਕ ਪਾਰਟੀ ਇਸ ਵੇਲੇ ਰਾਜ ਕਰ ਰਹੀ ਹੈ ਜਿਹਨੇ ਪ੍ਰੋਮਿਸ ਕੀਤਾ ਸੀ, ਤੇ ਰਾਜੀਵ ਗਾਂਧੀ ਵੀ ਉਦੋਂ ਇਹਨਾਂ ਇਲਾਕੇ 'ਚ ਹੋ ਕੇ ਗਏ ਸੀ, ਰਾਹੁਲ ਗਾਂਧੀ ਸਾਰੀ, ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਜਲਦ ਤੋਂ ਜਲਦ ਇਹਦੇ ਵਿੱਚ ਇਨਸਾਫ ਦਿਵਾਵਾਂਗੇ। ਹੁਣ ਇੱਕ ਪਲੀ ਲਈ ਜਾ ਰਹੀ ਹੈ ਕਿ CBI ਦੇ ਕੋਲ ਮਾਮਲਾ ਸੀ। ਮੈਂ ਉਸ ਗੱਲ ਨੂੰ ਕਦੇ ਕੋਈ ਬਹੁਤੀ ਇੰਪੋਰਟੈਂਸ ਦਿੱਤੀ ਨਹੀਂ, ਕਿਉਂਕਿ CBI ਕੋਲ ਇੱਕ ਕੇਸ ਹੈ, ਵੱਖਰੇ ਵੱਖਰੇ ਕੇਸ ਹੈਗੇ ਇਹ। ਜਿਹੜਾ ਕੇਸ CBI ਕੋਲ ਨਹੀਂ ਸੀ ਉਹਦੇ 'ਚ ਪ੍ਰੋਗਰੈਸ ਕੋਈ ਕਿਉਂ ਨਹੀਂ ਹੋਈ? ਸਿਟ ਬਣੀ ਸ਼ੁਰੂ ਦੇ ਵਿੱਚ ਹੀ 5 ਮੈਂਬਰੀ ਸਿਟ ਸੀ, ਰੌਲਾ ਪੈ ਗਿਆ 5 ਮੈਂਬਰਾਂ ਦਾ ਆਪਸ ਦੇ ਵਿੱਚ। 4 ਮੈਂਬਰ ਇੱਕ ਪਾਸੇ ਹੋ ਗਏ, 1 ਮੈਂਬਰ ਇੱਕ ਪਾਸੇ ਹੋ ਗਿਆ। ਸਟੇਟ ਗੌਰਮੈਂਟ ਨੇ ਉਸ ਵੇਲੇ ਕੋਈ ਮੈਯਰ ਕਿਉਂ ਨਹੀਂ ਲਿਆ ਇਸ ਸਿਚੁਏਸ਼ਨ ਨੂੰ ਠੀਕ ਕਰਨ ਵਾਸਤੇ? ਜਦੋਂ ਗੱਲ
ਸਾਹਮਣੇ ਆ ਗਈ, ਪਬਲਿਕ ਹੋ ਗਈ ਸਾਰੀ ਗੱਲ, ਤੇ ਮੇਰੇ ਖਿਆਲ ਦੇ ਵਿੱਚ ਸਰਕਾਰ ਦੀ ਫੇਲਰ ਹੈ ਉਸ ਵੇਲੇ ਐਕਸ਼ਨ ਨਾ ਲੈਣਾ। ਇਹ ਸਟੈਪ ਉਸ ਵੇਲੇ ਹੀ ਲਿਆ ਜਾਣਾ ਚਾਹੀਦਾ ਸੀ। ਦੂਸਰੀ ਸੈਟਬੈਕ ਸਿੱਟ ਨੂੰ ਹੋਈ ਜਦੋਂ ਸਿੱਟ ਦੇ ਚੀਫ ਨੇ ਸੈਂਟਰ ਗੌਰਮੈਂਟ ਨੂੰ ਲਿਖਿਆ ਕਿ CBI ਇਨਕੁਆਇਰੀ ਦੁਬਾਰਾ ਕੀਤੀ ਜਾਵੇ। ਸੋ ਹਰ ਇੱਕ ਨੂੰ ਆਪਣੀ ਜਿਹੜੀ ਫੇਲਰ ਹੈ ਉਹ ਓਨ ਕਰਨੀ ਚਾਹੀਦੀ ਹੈ। ਜੇ ਇਹ ਫੇਲਰ ਨਾ ਹੋਈ ਹੁੰਦੀ ਤੇ ਆਖਰੀ ਜਿਹੜੀ ਚਾਰਜਸ਼ੀਟ ਪੇਸ਼ ਹੋਣੀ ਆ ਉਹ ਹੋ ਜਾਂਦੀ, ਤੇ ਫਿਰ ਸਰਕਾਰ ਤੇ ਕੋਈ ਦੋਸ਼ ਨਹੀਂ ਸੀ ਆਉਂਦਾ। ਹੁਣ ਸਰਕਾਰ ਤੇ ਜਿਹੜੀ ਫੰਕਸ਼ਨਿੰਗ ਹੈ ਉਹ ਤੇ ਕੁਐਸਚਨ ਹੋਏਗਾ। ਇਸੇ ਕਰਕੇ ਹੀ ਮੇਰੇ ਖਿਆਲ ਜਿਹੜੀ ਗੱਲ ਤੁਸੀਂ ਨਵਜੋਤ ਸਿੱਧੂ ਹੋਰਾਂ ਦੀ ਕੀਤੀ ਹੈ, ਉਹਨਾਂ ਨੇ ਵੀ ਇਸੇ ਕੰਟੈਕਸਟ ਦੇ ਵਿੱਚ ਹੀ ਸਵਾਲ ਉਠਾਇਆ। ਕਿਉਂਕਿ ਸਰਕਾਰ ਨੇ ਹਾਲਾਂਕਿ ਇਸ ਦੇ ਉੱਤੇ ਵੀ ਆਪਣਾ ਪ੍ਰਤੀਕਰਮ ਰੱਖ ਦਿੱਤਾ ਹੈ। ਕਹਿੰਦੇ ਕਿ ਸੁਖਬੀਰ ਬਾਦਲ ਇਸ ਦੇ ਉੱਤੇ ਜਸ਼ਨ ਨਾ ਮਨਾਉਣ, ਕਿਉਂਕਿ ਅਜੇ ਫਾਈਨਲ ਵਰਡਿਕਟ ਕੋਰਟ ਦੇ ਵਿੱਚੋਂ ਆਉਣਾ ਬਾਕੀ ਹੈਗਾ, ਤੇ ਜੇਕਰ ਆਉਂਦਾ ਤਾਂ ਸੁਪਰੀਮ ਕੋਰਟ ਦਾ ਵੀ ਜਿਹੜਾ ਹੈਗਾ ਉਹ ਸਹਾਰਾ ਦਿੱਤਾ ਜਾਊਗਾ। ਉੱਥੇ ਹੀ ਸਵਾਲ ਜਿਹੜੇ ਨੇ ਉਹ ਸਰਕਾਰ ਦੇ ਉੱਤੇ ਵਿਰੋਧੀ ਖੜੇ ਕਰ ਰਹੇ ਨੇ ਕਿ ਐਡਵੋਕੇਟ ਅਤੁਲ ਨੰਦਾ ਉਹਨਾਂ ਦੀ ਕੀ ਗੁਜ਼ਾਰੀ ਰਹੀ ਹੈਗੀ ਹੈ, ਇਹ ਕਿਉਂ ਨਹੀਂ ਡਿਫੈਂਡ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਕਰ ਪਾਏ। ਨਹੀਂ, ਮੈਂ ਕਿਸੇ ਇੰਡੀਵਿਜੂਅਲ ਬਾਰੇ ਗੱਲ ਨਹੀਂ ਕਰਦਾ ਹੁੰਦਾ, ਅਤੁਲ ਹੁੰਦਾ ਨਹੀਂ, ਮੈਂ ਸਰਕਾਰ ਦੀ ਗੱਲ ਕਰਦਾ ਹੁੰਦਾ। ਸਰਕਾਰ ਵੱਡੇ ਵੱਡੇ ਵਕੀਲ ਕਰਦੀ ਹੈ ਕੇਸਾਂ ਦੇ ਵਿੱਚ। ਅੰਸਾਰੀ ਦੇ ਕੇਸ 'ਚ ਵੀ ਕੀਤਾ ਹੈ, ਇਹ ਸਵਾਲ ਉੱਠੇ ਵੀ ਹੈ ਕਿ ਵਕੀਲ ਤੁਸੀਂ ਵੱਡੇ ਕਿਉਂ ਨਹੀਂ ਕੀਤੇ। ਮੈਨੂੰ ਇਹ ਪਤਾ ਲੱਗਿਆ ਵੀ ਇਹ ਵਕੀਲ ਵੀ ਵੱਡੇ ਸੀਗੇ, ਲੇਕਿਨ ਇਹ ਵੱਖਰਾ ਇਸ਼ੂ, ਉਹ ਟੈਕਨੀਕਲ ਇਸ਼ੂ ਹੈ। ਮੈਂ ਟੈਕਨੀਕਲ ਇਸ਼ੂ ਦੇ ਵਿੱਚ ਬਿਲਕੁਲ ਨਹੀਂ ਪੈਂਦਾ ਕਿਹਨੇ ਕੀਤੀ ਨਹੀਂ। ਇਹਦੇ ਨਾਲ ਲਗਾਤਾਰ ਨਾਲ ਚੁੰਡੀ ਵੀ ਜਿਹੜੀ ਹੈਗੀ ਆ ਅਕਾਲੀ ਦਲ ਨੂੰ ਵੱਢੀ ਜਾ ਰਹੀ ਹੈਗੀ ਹੈ। ਕਹਿੰਦੇ ਕਿ ਤੁਸੀਂ ਜਸ਼ਨ ਨਾ ਮਨਾਓ। ਅਕਾਲੀ ਦਲ ਪ੍ਰੈਸ ਕਾਨਫਰੰਸ ਕਰਦਾ ਹੈਗਾ, ਉਹ ਬਿਆਨ ਦਿੰਦਾ ਹੈਗਾ ਕਿ ਜਿਨ੍ਹਾਂ ਨੇ ਬੇਦਬੀ ਕੀਤੀ ਹੈ ਉਹਨਾਂ ਦਾ ਕੱਖ ਨਾ ਰਹੇ, ਜਿਹੜੇ ਸਿਆਸਤ ਕਰ ਰਹੇ ਨੇ ਉਹਨਾਂ ਦਾ ਕੱਖ ਨਾ ਰਹੇ। ਅਕਾਲੀ ਦਲ ਨੂੰ ਲੱਗਦਾ ਕਿ ਇੱਕ ਵਾਰ ਫੇਰ ਤੋਂ ਡੈਮੇਜ ਜਿਹੜਾ ਹੈਗਾ ਉਹ ਹੋ ਸਕਦਾ ਹੈ, ਕਿਉਂਕਿ ਅੱਜ ਦੀ ਜੇਕਰ ਆਪਾਂ ਗੱਲ ਕਰ ਲਈਏ ਦਿਨ ਦੀ, ਤਾਂ ਅੱਜ ਦਮਦਮਾ ਸਾਹਿਬ ਉੱਤੇ ਨਤਮਸਤਕ ਹੋਣ ਵਾਸਤੇ ਸੁਖਬੀਰ ਸਿੰਘ ਬਾਦਲ ਗਏ ਸੀ, ਅੱਜ ਉੱਥੇ ਵੀ ਲੋਕਾਂ ਨੇ ਵਿਰੋਧ ਕਰ ਦਿੱਤਾ। ਮੈਂ ਇਸ ਸਾਰੇ ਨੈਰੇਟਿਵ ਦੇ ਦੋ ਪਹਿਲੂ ਦੇਖਦਾ ਹੁੰਦਾ। ਇੱਕ ਤਾਂ ਰਿਲੀਜੀਓ ਪੋਲੀਟੀਕਲ ਹੈ, ਇੱਕ ਤੁਹਾਡਾ ਲੀਗਲ ਹੈ, ਤੇ ਜਿਹਨੂੰ ਟੈਕਨੀਕਲ ਕਹੀਦਾ ਉਹ ਹੈ। ਮੈਂ ਸਿਰਫ ਬਰਗਾੜੀ ਦੀ ਗੱਲ ਨਹੀਂ ਕਰਦਾ। ਇਹ ਜਿਸ ਸਿਆਸਤ ਦੇ ਵਿੱਚ ਇਹ ਰੂਟਡ ਹੈ ਸਾਰਾ ਨੈਰੇਟਿਵ, ਉਹ ਕਿੱਥੋਂ ਸ਼ੁਰੂ ਹੁੰਦਾ ਹੈ, ਉਹ ਕੀ ਹੈ। ਇਨ ਆਈਸੋਲੇਸ਼ਨ ਨਹੀਂ ਵਾਪਰਿਆ ਸਾਰਾ ਕੁਛ, ਤੁਹਾਨੂੰ ਫਿਰ ਪਿੱਛੇ ਦੇਖਣਾ ਪਏਗਾ। ਜ਼ਿਆਦਾ ਪਿੱਛੇ ਨਾ ਜਾਓ, ਤੁਸੀਂ 2012 ਦੇ ਇਲੈਕਸ਼ਨ ਤੋਂ ਪਹਿਲਾਂ ਜਾਓ, ਸਿਰਫ 5 ਦਿਨ। ਬਠਿੰਡਾ ਦੀ ਕੋਰਟ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਚੀਫ ਗੁਰਮੀਤ ਰਾਮ ਰਹੀਮ ਦੇ ਖਿਲਾਫ ਇੱਕ ਕੇਸ ਸੀ 2007 ਦਾ, ਜਿਹਦੇ 'ਚ ਉਹ ਕੇਸ ਸੀ ਕਿ ਉਹਨੇ ਦਸਮ ਪਾਤਸ਼ਾਹ ਦੀ ਪੁਸ਼ਾਕ ਪਾ ਕੇ ਸਟੇਜ 'ਤੇ ਆਇਆ ਸੀ। ਬਲਾਸਫੇਮੀ ਦਾ ਕੇਸ ਹੈ। ਠੀਕ 5 ਦਿਨ ਪਹਿਲਾਂ ਉਹ ਕੇਸ ਕਿਹਦੇ ਕਹਿਣ 'ਤੇ ਪੁਲਿਸ ਨੇ ਵਿਡਰਾ ਕੀਤਾ। ਸਰਕਾਰ ਤਾਂ ਬਾਦਲ ਸਾਹਿਬ ਦੀ ਹੈ, ਜਵਾਬ ਦੇ ਕੌਣ ਹੈ? ਉਹਦਾ ਜਵਾਬ ਅੱਜ ਤੱਕ ਨਹੀਂ ਮਿਲਿਆ। ਸੋ ਨੈਰੇਟਿਵ ਇਨ ਆਈਸੋਲੇਸ਼ਨ ਨਹੀਂ ਹੈ, ਪਿੱਛੇ ਲਗਾਤਾਰ ਗੱਲ ਚੱਲਦੀ ਆ ਰਹੀ ਹੈ। ਜਦੋਂ ਬੁਰਜ ਪਿੰਡ ਤੋਂ 1 ਜੂਨ ਨੂੰ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦਾ, ਕੋਈ ਵੀ ਸੀਨੀਅਰ ਪੋਲੀਟੀਕਲ ਲੀਡਰ ਪੰਜਾਬ ਦਾ ਅਕਾਲੀ ਦਲ ਦਾ ਰੂਲਿੰਗ ਪਾਰਟੀ 'ਚੋਂ ਉਹ ਪਿੰਡ ਦੇ ਵਿੱਚ ਨਹੀਂ ਗਿਆ। ਇਹ ਤਾਂ ਬਹੁਤ ਵੱਡੀ ਘਟਨਾ ਸੀਗੀ ਆਪਣੇ ਆਪ ਦੇ ਵਿੱਚ। ਪਹਿਲੀ ਵਾਰੀ ਗ੍ਰੰਥ ਸਾਹਿਬ ਚੋਰੀ ਹੁੰਦਾ ਇਤਿਹਾਸ ਦੇ ਵਿੱਚ, ਕਿਸੇ ਨੇ ਖਿਆਲ ਹੀ ਨਹੀਂ ਕੀਤਾ। ਪਰ ਉਹ ਵੀ ਇਹੋ ਜਿਹੀ ਸਰਕਾਰ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਪੰਥ ਹਿਤੈਸ਼ੀ ਕਹਾਉਣ ਵਾਲੇ ਹੈਗੇ ਨੇ, ਜਿਹੜੇ ਆਪਣੇ ਆਪ ਨੂੰ ਪੰਥਕ ਪਾਰਟੀ ਦੱਸਦੇ ਹੈਗੇ। ਨਹੀਂ, ਕਹਾਉਣ ਵਾਲੇ ਨਹੀਂ, ਇਹ ਪਾਰਟੀ ਬੜੀ ਹੀ ਸਿੱਖ ਪੰਥ ਦੇ ਕੰਸਰਟ ਨੂੰ ਅੱਗੇ ਲੈ ਕੇ ਤੁਰਨ ਦੀ ਬਣੀ ਸੀਗੀ। ਇਹ ਬੜੀ ਹੀ ਪੰਥਕ ਪਾਰਟੀ ਸੀ। ਸੋ ਕਲੇਮ ਦੀ ਸਮੱਸਿਆ ਹੀ ਨਹੀਂ। ਇਹ ਬਾਅਦ 'ਚ 1996 ਦੇ ਵਿੱਚ ਫਰਵਰੀ 'ਚ ਇਹਨਾਂ ਨੇ ਉੱਥੋਂ ਡਿਸਟੈਂਸ ਹੋਏ ਕੀਤਾ, ਬਾਦਲ ਸਾਹਿਬ ਨੇ ਆਪਣੇ ਆਪ ਨੂੰ। ਉਹ ਵੱਖਰਾ ਇਸ਼ੂ ਹੈ, ਆਪਾਂ ਉਹਦੇ ਵਿੱਚ ਨਹੀਂ ਪੈਂਦੇ, ਗੱਲ ਫਿਰ ਬਹੁਤ ਵੱਧ ਜਾਂਦੀ ਹੈ। ਹੁਣ ਜਿੱਥੇ ਇੱਕ ਹੋਰ ਗੱਲ ਵਿੱਚ ਆਉਂਦੀ ਹੈ ਇਸ ਨੈਰੇਟਿਵ ਦੇ ਵਿੱਚ, ਸਰਕਾਰ 12 'ਚ ਫਿਰ ਬਣ ਗਈ ਇਹਨਾਂ ਦੀ। 1 ਜੂਨ ਨੂੰ ਗ੍ਰੰਥ ਸਾਹਿਬ ਚੋਰੀ ਹੁੰਦਾ, 24 ਸਤੰਬਰ ਨੂੰ ਬਾਦਲ ਸਾਹਿਬ ਜਥੇਦਾਰਾਂ ਨੂੰ, ਅਕਾਲ ਤਖਤ ਦੇ ਜਥੇਦਾਰਾਂ ਨੂੰ ਤੇ 2 ਉਹਨਾਂ ਦੇ ਸਾਥੀਆਂ ਨੂੰ ਆਪਣੇ ਘਰ ਅਫੀਸ਼ੀਅਲ ਰੈਜ਼ੀਡੈਂਸ 'ਤੇ ਬੁਲਾਉਂਦੇ ਆ। ਜਥੇਦਾਰ ਅਕਾਲ ਤਖਤ ਜਾਂ ਕਿਸੇ ਵੀ ਹੋਰ ਜਥੇਦਾਰ ਨੂੰ CM ਕਦੇ ਆਪਣੀ ਰੈਜ਼ੀਡੈਂਸ 'ਤੇ ਬੁਲਾ ਹੀ ਨਹੀਂ ਸਕਦਾ, ਸਿੱਖ ਮਰਿਆਦਾ ਹੈ। ਜੇ ਇਹਨਾਂ ਨੂੰ ਕਿਸੇ CM ਨਹੀਂ ਮਿਲਦਾ ਨਾ, ਉਹ ਉੱਥੇ ਜਾਏਗਾ ਮਿਲਣ ਸੀਟ 'ਤੇ। ਬਾਦਲ ਸਾਹਿਬ ਨੇ ਇਹ ਵੀ ਜਵਾਬ ਕਦੇ ਨਹੀਂ ਦਿੱਤਾ ਕਿ ਉਹਨਾਂ ਨੇ ਇਹ ਮਰਿਆਦਾ ਦੀ ਵਾਇਲੇਸ਼ਨ ਕਿਉਂ ਕੀਤੀ। ਹੁਣ ਜੋ ਕੁਝ ਰਿਕਾਰਡ 'ਤੇ ਆਇਆ ਉਹ ਇਹ ਸੀ ਕਿ ਗੁਰਮੀਤ ਰਾਮ ਰਹੀਮ ਨੂੰ ਮਾਫੀ ਦਿਵਾਉਣ ਵਾਸਤੇ
ਇਹਨਾਂ ਨੂੰ ਘਰ ਬੁਲਾਇਆ ਗਿਆ ਸੀ। ਉਹ ਸਾਰਾ ਰਿਕਾਰਡ ਤੇ ਆ ਚੁੱਕਿਆ। ਇਹਦਾ ਵੀ ਜਵਾਬ ਬਾਦਲ ਸਾਹਿਬ ਨੇ ਕਦੇ ਨਹੀਂ ਦਿੱਤਾ। ਤੇ ਜਦੋਂ ਗ੍ਰੰਥ ਸਾਹਿਬ ਦੇ ਪੰਨੇ ਬਰਗਾੜੀ ਦੀਆਂ ਗਲੀਆਂ 'ਚ ਖਿਲਾਰ ਦਿੱਤੇ ਗਏ ਤੇ ਸਿੱਖ ਇਨਸਾਫ ਮੰਗ ਰਹੇ ਹੈ, ਅਕਾਲੀ ਸਰਕਾਰ ਵੇਲੇ ਉਹਨਾਂ ਸਿੱਖਾਂ ਤੇ ਗੋਲੀ ਚਲਾਈ ਗਈ। ਜਦ ਕਿ ਕੁਝ ਦਿਨ ਪਹਿਲਾਂ ਜਦੋਂ ਡੇਰਾ ਸੱਚਾ ਸੌਦਾ ਦੇ ਡਿਵੋਟੀਜ਼ ਨੇ ਪ੍ਰੋਟੈਸਟ ਕੀਤਾ ਸੀ ਪੰਜਾਬ ਦੇ ਵਿੱਚ, ਰੇਲਾਂ ਵੀ ਰੋਕੀਆਂ ਤੇ ਸੜਕਾਂ ਵੀ ਰੋਕੀਆਂ, ਕਿਸੇ ਨੇ ਕੋਈ ਐਕਸ਼ਨ ਨਹੀਂ ਸੀ ਲਿਆ। ਇਹ ਦੋ ਪੈਰਲਲ ਹੈਗੇ ਹੈ, ਜਵਾਬਦੇਹੀ ਤਾਂ ਬਣਦੀ ਹੈ ਨਾ। ਸੋ ਤਾਂ ਮੈਂ ਕਹਿੰਦਾ ਵੀ ਰਿਲੀਜੀਅਸ ਪੋਲੀਟੀਕਲ, ਇੱਕ ਦੇਖੋ ਇਹ ਲੀਗਲ ਆਸਪੈਕਟ ਨਹੀਂ ਹੈ ਸਾਰੇ ਕੇਸ ਦੇ, ਇਹ ਰਿਲੀਜੀਅਸ ਪੋਲੀਟੀਕਲ ਹੈ। ਇਹਦਾ ਜਵਾਬਦੇਹ ਤਾਂ ਕਿਤੇ ਨਾ ਕਿਤੇ ਕੋਈ ਹੋਏਗਾ ਨਾ। ਸੋ ਮੈਂ ਇਹ ਲੈ ਕੇ ਚੱਲਦਾ ਹੁੰਦਾ ਕਿ ਲੀਗਲ ਆਪਣੀ ਥਾਂ 'ਤੇ ਹੈ, ਉਹ ਇਨਸਾਫ ਨਹੀਂ ਮਿਲਿਆ, ਉਹਦਾ ਅਲਟੀਮੇਟਲੀ ਰਿਜ਼ਲਟ ਕੀ ਹੋਏਗਾ ਉਹ ਦੇਖਣ ਵਾਲੀ ਗੱਲ ਹੈ। ਲੇਕਿਨ ਜਿਹੜਾ ਇਹ ਦੂਸਰਾ ਐਸਪੈਕਟ ਹੈ ਇਹਦਾ, ਇਹ ਇਕੁਅਲੀ ਇੰਪੋਰਟੈਂਟ ਹੈ। ਜਗਤਾਰ ਜੀ, ਕੀ ਲੱਗਦਾ ਹੈਗਾ ਕਿ ਜਿਵੇਂ 2022 ਦੀ ਆਪਾਂ ਗੱਲ ਕਰਦੇ ਹੈਗੇ ਆ, ਇਹ ਮਾਮਲਾ ਦੁਬਾਰਾ ਤੋਂ ਇੱਕ ਵਾਰ ਫਿਰ ਤੋਂ ਧੂਲ ਫੜਨ ਲੱਗਿਆ ਹੈਗਾ, ਦੁਬਾਰਾ ਤੋਂ ਫਿਰ ਹਾਈਲਾਈਟ ਹੋਣਾ ਸ਼ੁਰੂ ਹੋ ਚੁੱਕਿਆ ਹੈਗਾ, ਕਿ ਇਸ ਵਾਰ ਵੀ ਤੁਹਾਨੂੰ ਲੱਗਦਾ ਹੈਗਾ ਕਿ ਇਸੇ ਮੁੱਦੇ ਨੂੰ ਜਿਹੜਾ ਹੈਗਾ ਉਹ ਵਿਰੋਧੀ ਪਾਰਟੀਆਂ ਦੇ ਵੱਲੋਂ, ਕਾਂਗਰਸ ਦੇ ਵੱਲੋਂ ਚੁੱਕਿਆ ਜਾਊਗਾ? ਨਹੀਂ, ਵਿਰੋਧੀ ਪਾਰਟੀ ਵੀ ਨਹੀਂ ਚੱਕ ਸਕਦੀ। ਵਿਰੋਧੀ ਪਾਰਟੀ ਕਿਹੜੀ ਹੈ? ਦੋ ਹੀ ਹੈ ਨਾ, ਅਕਾਲੀ ਦਲ ਤੇ ਆਪ ਹੀ ਚੱਕ ਸਕਦੀ। ਅਕਾਲੀ ਦਲ ਨੇ ਥੋੜ੍ਹੀ ਆਪਣਾ ਕਾਂਗਰਸ ਵੀ ਚੱਕਣ ਦੀ ਹਾਲਤ 'ਚ ਹੈ ਨਹੀਂ। ਕਾਂਗਰਸ ਨੂੰ ਤਾਂ 5 ਸਾਲ ਮਿਲੇ ਸੀਗੇ, ਕਾਂਗਰਸ ਫੇਲ ਹੋ ਗਈ ਇਨਸਾਫ ਦਿਵਾਉਣ ਦੇ ਵਿੱਚ। ਸੋ ਇਹ ਇਸ਼ੂ ਸਿਰਫ ਆਪ ਚੱਕ ਸਕਦੀ ਹੈ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੀ ਗੱਲ ਕਰੀਏ, ਟਕਸਾਲੀਆਂ ਦੀ ਗੱਲ ਕਰੀਏ, ਉਹ ਵੀ ਲਗਾਤਾਰ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਪੰਥਕ ਸੋਚ ਜਿਹੜੀ ਹੈਗੀ ਆ ਉਹ ਅੱਗੇ ਲੈ ਕੇ ਜਾਣੀ ਹੈ, ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਸਜ਼ਾਵਾਂ ਦਿਵਾਉਣੀਆਂ ਹੈਗੀਆਂ। ਹੁਣ ਇਹ ਵੀ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਕਿ ਆਪਸ ਦੇ ਵਿੱਚ ਇਹਨਾਂ ਦਾ ਵੀ ਮਰਜਰ ਜਿਹੜਾ ਹੈਗਾ ਉਹ ਹੋ ਸਕਦਾ। ਇਸ ਵਾਸਤੇ ਕਮੇਟੀ ਬਣਾ ਦਿੱਤੀ ਗਈ ਹੈਗੀ ਹੈ, ਐਲਾਨ ਰਸਮੀ ਤੌਰ ਦੇ ਉੱਤੇ ਕਹਿੰਦੇ ਹੋਣਾ ਬਾਕੀ ਹੈ। ਦੇਖੋ, ਗੱਲ ਇਹ ਹੈ ਕਿ ਮੇਰੀ ਸੋਚ ਇਹਨਾਂ ਪਾਰਟੀਆਂ ਬਾਰੇ ਵੱਖਰੀ ਹੈ। ਇਹ ਇਸ ਪੋਜੀਸ਼ਨ 'ਚ ਹੈ ਨਹੀਂ ਕਿ ਅਕਾਲੀ ਦਲ ਨੂੰ ਚੈਲੰਜ ਕਰ ਸਕਣ। ਸੋ ਇਹ ਕੀ ਸੋਚਦੇ ਹੈ, ਮੈਂ ਕਦੇ ਕੋਈ ਬਹੁਤੀ ਇੰਪੋਰਟੈਂਸ ਨਹੀਂ ਦਿੱਤੀ ਇਹਨਾਂ ਬਾਰੇ। ਤੁਹਾਨੂੰ ਐਵੇਂ ਕਿਉਂ ਲੱਗਦਾ ਹੈਗਾ ਕਿ ਇਹ ਚੈਲੰਜ ਨਹੀਂ ਕਰ ਸਕਦੇ ਹੈਗੇ? ਕਿਉਂਕਿ ਆਪਣੇ ਆਪ ਨੂੰ ਹਾਲਾਂਕਿ ਟਕਸਾਲੀ ਕਹਾਉਂਦੇ ਨੇ, ਇਹ ਕਹਿੰਦੇ ਨੇ ਕਿ ਸਾਡੇ ਨਾਲ ਅਕਾਲੀ ਦਲ ਦੇ ਬਹੁਤ ਸਾਰੇ ਬੰਦੇ ਵੀ ਜੁੜਨਗੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ, ਪਰ ਕੀ ਲੱਗਦਾ ਕਿ ਇਹਨਾਂ ਦੀ ਸਿਚੁਏਸ਼ਨ ਅਕਾਲੀ ਦਲ ਬਾਦਲ ਦੇ ਨਾਲੋਂ ਕਿਵੇਂ ਡਿਫਰੈਂਟ ਹੈ? ਨਹੀਂ, ਮੇਰੀਆਂ 24 ਸ਼ਾਵਾਂ ਇਹਨਾਂ ਦੇ ਨਾਲ ਹੈ। ਜੇ ਕੁਝ ਕਰਦੇ ਆ ਤਾਂ ਕੋਈ ਮਾੜੀ ਗੱਲ ਨਹੀਂ, ਵਧੀਆ ਹੈ, ਕਰਨਾ ਚਾਹੀਦਾ ਹੈ। ਲੇਕਿਨ ਇਹਨਾਂ ਦੀ ਜੇ ਤੁਸੀਂ ਪਿਛਲਾ ਇਤਿਹਾਸ ਦੇਖੋਗੇ, ਤੁਸੀਂ ਸ਼ਾਇਦ ਮੇਰੇ ਵਾਲੇ ਰਿਜ਼ਲਟ 'ਤੇ ਹੀ ਪਹੁੰਚੋ ਕਿ ਇਹਨਾਂ ਦੀ ਕੈਪੈਸਿਟੀ ਉਹ ਨਹੀਂ ਹੈ ਕਿ ਨਰੇਟਿਵ ਨੂੰ ਇੰਪੈਕਟ ਕਰ ਸਕਣ। ਇੱਕ ਟਾਈਮਿੰਗ ਹੁੰਦੀ ਹੈ। ਢੀਂਡਸਾ ਸਾਹਿਬ ਮਿਸਕੈਲਕੂਲੇਟ ਕਰ ਗਿਆ ਆਪਣੀ ਟਾਈਮਿੰਗ। ਇਕੱਲੇ ਨਹੀਂ, 2-3 ਹੋਰ ਲੀਡਰ ਨਾਲ ਲੈ ਕੇ ਇੱਕ ਟਾਈਮ 'ਤੇ ਆਉਂਦੇ। ਜਦੋਂ ਟਿਕਟਾਂ ਲੈਣੀਆਂ ਉਹ ਤਾਂ ਬਾਦਲ ਸਾਹਿਬ ਠੀਕ ਹੈ, ਬਾਅਦ 'ਚ ਕਿਵੇਂ ਮਾੜੇ ਹੋ ਗਏ? ਗੱਲ ਤਾਂ ਇਹ ਹੈ ਨਾ। ਉਸੇ ਟਾਈਮ ਦੇ ਵਿੱਚ ਰਹਿ ਕੇ ਇਹਨਾਂ ਨੇ ਵੀ ਜਿਹੜੀ ਕਹਿ ਲਓ ਕਿ ਜਿਸ ਤਰੀਕੇ ਦੇ ਨਾਲ ਅਹੁਦੇ ਇਹਨਾਂ ਨੂੰ ਦਿੱਤੇ ਗਏ ਸੀ, ਉਸ ਦੀ ਤਾਂ ਇਹਨਾਂ ਨੇ ਵੀ ਜਿਹੜੀ ਹੈਗੀ ਹੈ ਐਸ਼ ਲਿੱਤੀ ਹੈਗੀ ਹੈ। ਨਹੀਂ, ਪੂਰਾ ਆਨੰਦ ਮਾਣਿਆ ਇਹਨਾਂ ਨੇ ਪਾਵਰ ਦਾ। ਹਾਂਜੀ, ਹੁਣ ਜਦੋਂ ਦੇਖਿਆ ਕਿ ਪਾਰਟੀ ਕਮਜ਼ੋਰ ਹੋ ਰਹੀ ਹੈ, ਉਦੋਂ ਬਾਹਰ ਆਏ। ਸੋ ਉਹਦੀ ਨਾਲੇ ਗੱਲ ਇਹ ਹੁੰਦੀ ਹੈ ਕਿ ਜਿਹੜੇ ਲੀਡਰ ਬਾਹਰ ਆ ਰਹੇ ਹੈ, ਮੈਂ ਪੈਰਲ ਐਗਜ਼ਾਮਪਲ ਗੁਰਚਰਨ ਸਿੰਘ ਟੌੜਾ ਦੀ ਦਿਆ ਕਰਦਾ। ਉਹਨਾਂ ਤੋਂ ਵੱਡਾ ਲੀਡਰ ਪੰਜਾਬ ਦੇ ਵਿੱਚ ਪਿਛਲੇ 25-30 ਸਾਲ ਦੇ ਵਿੱਚ, 40 ਸਾਲ ਦੇ ਵਿੱਚ ਬਰਾਬਰ ਦਾ ਨਹੀਂ ਹੋਇਆ। ਜਦੋਂ ਉਹ ਬਾਹਰ ਆਏ ਤੇ ਉਹਨਾਂ ਨਾਲ ਤਾਂ 13 MLA ਵੀ ਸੀ ਜਦੋਂ ਬਾਹਰ ਆਏ ਸੀਗੇ। ਉਹ ਵੀ ਇਹ ਅਕਾਲੀ ਦਲ ਨੂੰ ਹਰਾਉਣ ਤੋਂ ਬਿਨਾਂ ਕੁਛ ਨਹੀਂ ਸੀ ਕਰ ਸਕੇ। ਸੋ ਐਗਜ਼ਾਮਪਲ ਸਾਹਮਣੇ ਹੈਗੀ ਹੈ। ਤਾਂ ਮੈਂ ਕਹਿੰਦਾ ਕਿ ਇਹ ਇੰਪੈਕਟ ਬਹੁਤਾ ਨਹੀਂ ਪਾ ਸਕਦੇ। ਅੱਛਾ, ਅੱਜ ਜਦੋਂ ਨਵਜੋਤ ਸਿੰਘ ਸਿੱਧੂ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੇ ਉੱਥੇ, ਤਾਂ ਆਖਿਰ ਦੇ ਵਿੱਚ ਵੀਡੀਓ 'ਚ ਇੱਕ ਵਿਅਕਤੀ ਦੇ ਵੱਲੋਂ ਕਿਹਾ ਗਿਆ ਕਿ ਸਿੱਧੂ ਸਾਹਿਬ ਸਰਕਾਰ ਬਦਲ ਦਿਓ, ਹੁਣ ਬਹੁਤ ਤੰਗ ਆਏ ਹੋਏ ਆ। ਤਾਂ ਉਦੋਂ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿੰਦੇ ਨਜ਼ਰ ਆਏ ਕਿ ਜੋ ਤੁਹਾਡਾ ਦੁੱਖ ਹੈਗਾ ਉਹੀ ਮੇਰਾ ਦੁੱਖ ਹੈਗਾ। ਇਸ ਨੂੰ ਕੀ ਸਮਝੀਏ ਹੁਣ ਅਸੀਂ? ਨਹੀਂ, ਉਹਨਾਂ ਦੇ ਡਾਇਸੈਟ ਤਾਂ ਬੜੀ ਓਪਨ ਹੈ, ਇਹ ਗੱਲ ਵੀ ਬੜੀ ਸਪਸ਼ਟ ਹੈਗੀ ਹੈ। ਲੇਕਿਨ ਉਹ ਕਿਸ ਪੋਜੀਸ਼ਨ 'ਚ ਰਹਿ ਕੇ ਇਹ ਸਰਕਾਰ ਨੂੰ ਚੈਲੰਜ ਕਰਨਗੇ, ਗੱਲ ਤਾਂ ਇਹ ਦੇਖਣ ਵਾਲੀ ਹੈ। ਉਹ ਤੰਗ ਹੈਗੇ, ਠੀਕ ਹੈ, ਕਹਿਤਾ ਉਹਨਾਂ ਨੇ ਕਿ ਮੈਂ ਵੀ ਤੰਗ ਹੈ, ਮੈਂ ਵੀ ਬਦਲਣਾ ਚਾਹੁੰਦਾ, ਪਰ ਕਿਸ ਪੁਆਇੰਟ ਤੋਂ, ਕਿਸ ਪੋਜੀਸ਼ਨ ਤੋਂ ਉਹ ਚੈਲੰਜ ਕਰਨਗੇ, ਇਹ ਤਾਂ ਉਹੀ ਦੱਸ ਸਕਦੇ ਆ। ਇੱਕ ਹਾਲਾਂਕਿ ਸਵਾਲ ਇਹ ਵੀ ਹੈ ਕਿ ਕੀ ਬਦਲਣਾ ਚਾਹੁੰਦੇ ਹੈਗੇ ਨੇ, ਕਿ ਉਹ ਕਾਂਗਰਸ ਦੀ ਕਾਰਜਕਾਰੀ ਵਿੱਚ ਕੁਝ ਬਦਲਾਅ ਲੈ ਕੇ ਆਉਣਾ ਚਾਹੁੰਦੇ ਨੇ, ਸਰਕਾਰ ਹੀ ਕਾਂਗਰਸ ਦੀ ਬਦਲਣਾ ਚਾਹੁੰਦੇ ਹੈਗੇ? ਇਹ ਤਾਂ ਉਹੀ ਦੱਸ ਸਕਦੇ ਆ। ਜਿਹੜੀ ਉਹਨਾਂ ਨੇ ਗੱਲ ਕਹੀ ਹੈ, ਉਹ ਲੱਗਦਾ ਹੈ ਕਿ ਉਹ ਸਰਕਾਰ ਕਾਂਗਰਸ ਦੀ ਬਦਲਣਾ ਚਾਹੁੰਦੇ ਹੈ। ਕਾਰਗੁਜ਼ਾਰੀ ਤਾਂ ਲੀਡਰ ਬਦਲਣਾ ਹੁੰਦਾ ਹੈ। ਅਤੇ ਜੋ ਕੁਛ ਪਿੱਛੇ ਉਹਨਾਂ ਦੀ ਅਕੋਮੋਡੇਸ਼ਨ ਬਾਰੇ ਗੱਲ ਹੁੰਦੀ ਰਹੀ ਕਿ ਇਹਨਾਂ ਨੂੰ ਕਿਵੇਂ ਐਡਜਸਟ ਕਰਨਾ ਪਾਰਟੀ ਦੇ ਵਿੱਚ, ਉਹ ਹੁਣ ਤੱਕ ਨਹੀਂ ਹੋਈ। ਹੁਣ ਮੈਨੂੰ ਇਹ ਨਹੀਂ ਪਤਾ ਕਿ ਉਹ ਕੀ ਚਾਹੁੰਦੇ ਆ ਅਤੇ ਕਿੱਥੇ, ਕਿਸ ਪਾਰਟੀ ਜਾਣਾ ਚਾਹੁੰਦੇ ਆ।
ਜਿਸ ਤਰੀਕੇ ਨਾਲ ਆਪਾਂ ਬਹਿਬਲ ਕਲਾਂ ਵਾਲਾ ਇਹ ਕੋਟਕਪੂਰਾ ਗੋਲੀकांड ਦਾ ਜ਼ਿਕਰ ਕਰ ਰਹੇ ਸੀ, ਜਿਵੇਂ ਐਸਆਈਟੀ ਦੇ ਨੂੰ ਜਿਹੜਾ ਹੈਗਾ ਖਾਰਜ ਕੀਤਾ ਗਿਆ, ਪੈਰਲਲ ਜਿਹੜੀ ਇਹਦੇ ਇੱਕ ਹੋਰ ਜਾਂਚ ਚੱਲ ਰਹੀ ਹੈਗੀ ਹੈ ਸੈਕੂਲਰ ਇਸ਼ੂ ਵਾਲੀ, ਉਸ ਦੇ ਵਿੱਚ ਵੀ ਤੁਹਾਨੂੰ ਲੱਗਦਾ ਹੈ ਕਿ ਕੁਝ ਅਸਰ ਜਿਹੜਾ ਹੈਗਾ ਉਹ ਪੈ ਸਕਦਾ ਹੈ? ਨਹੀਂ, ਉਹਦੇ ਤੇ ਅਸਰ ਨਹੀਂ ਪਏਗਾ। 2 ਐਸਆਈਟੀਜ਼ ਹੈਗੀਆਂ, ਤੀਸਰੀ ਸੀਬੀਆਈ ਸੀਗੀ। ਸੀਬੀਆਈ ਨੇ ਤਾਂ ਆਪਣੀ ਰਿਪੋਰਟ ਪੇਸ਼ ਕਰਤੀ ਸੀਗੀ। ਜਿਹੜੀ ਖਟੜਾ ਹੋਰਾਂ ਦੀ ਐਸਆਈਟੀ ਹੈ, ਦੇਖੋ 2 ਲੈਵਲ ਤੇ ਹਾਈ ਕੋਰਟ ਨੇ ਰਿਪੋਰਟ ਦਿੱਤੀ। ਕੁਝ ਦਿਨ ਪਹਿਲਾਂ ਖਟੜਾ ਵਾਲੀ ਜਿਹੜੀ ਐਸਆਈਟੀ ਸੀ ਉਹ ਤੇ ਰਿਪੋਰਟ ਹਾਈ ਕੋਰਟ ਦੀ ਆਰਡਰ ਆਇਆ ਸੀਗਾ। ਦੂਸਰਾ ਇਹ ਆਇਆ, ਦੋਵੇਂ ਹੀ ਐਸਆਈਟੀ ਇੰਪੈਕਟ ਹੋ ਗਈਆਂ ਜੀ। ਸੋ ਜਾਂਚ ਤਾਂ ਜਿਹੜੀ ਦੂਸਰੀ ਐਸਆਈਟੀ ਹੈ ਉਹਦੇ 'ਤੇ ਤਾਂ ਸੀਬੀਆਈ ਇੰਟਰਫੇਅਰ ਨਹੀਂ ਸੀ ਕਰ ਰਹੀ, ਉਹਦੀ ਜਾਂਚ ਕਿਉਂ ਨਹੀਂ ਹੋਈ ਅੱਗੇ ਤੁਰੀ ਅੱਗੇ? ਇਹ ਜਵਾਬ ਤਾਂ ਸਰਕਾਰ ਹੀ ਦੇ ਸਕਦੀ ਹੈ। ਕੀ ਆਸਾਂ ਲੱਗਦੀਆਂ ਤੁਹਾਨੂੰ ਕਿ ਇਸੇ ਸਾਲ ਦੇ ਵਿੱਚ ਇਨਸਾਫ ਜਿਹੜਾ ਹੈਗਾ ਉਹ ਲੋਕਾਂ ਨੂੰ ਮਿਲ ਜਾਊਗਾ, ਜਾਂ ਫਿਰ ਅਜੇ ਇੰਤਜ਼ਾਰ ਹੋਰ ਕਰਨਾ ਪਊਗਾ, ਹੋਰ ਕੋਈ ਐਸਆਈਟੀ ਬਣਨਗੀਆਂ? ਔਰ ਇਹੀ ਆਪਾਂ ਪੁਰਾਣੇ ਇਤਿਹਾਸ ਦੀ ਗੱਲ ਕਰ ਲਈਏ ਤਾਂ ਸ਼ਾਇਦ 1984 ਦੇ ਮਾਮਲੇ ਦੇ ਵਿੱਚ ਵੀ 12 ਐਸਆਈਟੀ ਜਿਹੜੀਆਂ ਸੀਗੀਆਂ ਉਹ ਬਣੀਆਂ ਸੀ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ। ਤਾਂ ਇਸ ਦੇ ਵਿੱਚ ਵੀ ਇਹ ਲੱਗਦਾ ਕਿ ਮਾਮਲਾ ਜਿਹੜਾ ਹੈਗਾ ਉਹ ਲੰਬਾ ਚੱਲ ਸਕਦਾ ਹੈ? ਮੇਰੇ ਖਿਆਲ ਦੇ ਵਿੱਚ ਤੱਕ ਇਹ ਮਾਮਲਾ ਖਤਮ ਹੋ ਗਿਆ। ਹੁਣ ਇਹ ਅੱਗੇ ਨਹੀਂ ਤੁਰਨਾ। ਹੁਣ ਤਾਂ ਮਹੀਨੇ ਤਾਂ ਕੁਛ ਹੀ ਰਹਿ ਗਏ ਇਲੈਕਸ਼ਨ ਦੇ ਵਿੱਚ ਜੀ। ਅਗਲੀ ਸਰਕਾਰ ਕਿਹੜੀ ਬਣਦੀ ਹੈ, ਕੀ ਹੁੰਦਾ ਹੈ, ਉਹ 'ਤੇ ਡਿਪੈਂਡ ਕਰੇਗਾ। ਲੇਕਿਨ ਇਮੀਡੀਏਟਲੀ ਹਾਲੇ ਕੋਈ ਰਿਲੀਫ ਮੈਨੂੰ ਲੱਗਦਾ ਨਹੀਂ। ਬਹੁਤ ਬਹੁਤ ਧੰਨਵਾਦ। ਤਾਂ ਬਹਿਬਲ ਕਲਾਂ ਤੇ ਬਰਗਾੜੀ ਮਾਮਲੇ ਨੂੰ ਲੈ ਕੇ ਹਾਲਾਂਕਿ ਹੁਣ ਜਿਸ ਤਰੀਕੇ ਦੇ ਨਾਲ ਵਿਰੋਧੀ ਪਾਰਟੀ ਹੋਵੇ, ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਜਾਂ ਕੁਝ ਪੰਥਕ ਸੋਚ ਦੀ ਜਿਹੜੀਆਂ ਜਥੇਬੰਦੀਆਂ ਨੇ ਉਹ ਹੋਣ, ਜਾਂ ਫਿਰ ਅੱਜ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਦੇ ਨਾਲ ਬੁਰਜ ਜਵਾਹਰ ਸਿੰਘ ਵਾਲਾ ਜਾ ਕੇ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਏ ਨੇ, ਤਾਂ ਉਸ ਦੇ ਉੱਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਆਸਾਂ ਨਹੀਂ ਹੈ ਕਿ ਇਸ ਸਾਲ ਦੇ ਵਿੱਚ ਕੋਈ ਇਨਸਾਫ ਜਿਹੜਾ ਹੈਗਾ ਉਹ ਮਿਲ ਸਕੇ, ਕਿਉਂਕਿ ਹੁਣ ਇਹ ਮਾਮਲਾ ਜਿਸ ਤਰੀਕੇ ਦੇ ਨਾਲ ਅਦਾਲਤ ਦੇ ਵਿੱਚ ਉਹਨਾਂ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ ਹੈਗਾ, ਤਾਂ ਲੱਗਦਾ ਇਸ ਦੇ ਵਿੱਚ ਕੁਝ ਨਜ਼ਰ ਨਹੀਂ ਆ ਰਿਹਾ। ਖੈਰ, ਦੇਖਣਾ ਹੋਊਗਾ ਕਿ ਇਨਸਾਫ ਇਸ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਹੈ ਜਾਂ ਇਸ ਨੂੰ ਅੱਗੇ ਆਉਣ ਵਾਲੀ ਚੋਣਾਂ ਦੇ ਵਿੱਚ ਲਮਕਾ ਦਿੱਤਾ ਜਾਂਦਾ ਹੈ। ਕੈਮਰਾਮੈਨ ਬਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।